सतनाम श्री वाहिगुरु साहिब जी। एक ओंकार सतनाम करता पुरख निरभउ निर्वैर आकार मूर्त अजुनी सैभं गुर प्रसाद। जप आदि सच जुगाद सच है भी सच नानक होसी भी सच। भूले मार्ग जिन्हें बताया ऐसा गुरु वड भागी पाया। सिमर मना राम नाम चितारे बस रहे हृदय गुर चरण प्यारे। काम क्रोध लोभ मोह मन लीना बंधन काट मुकुत गुर कीना। दुख सुख करत जन्म फुन मुआ चरण कमल गुर आश्रम दिया। अगन सागर बूढ़त संसारा नानक बाहा पकर सतगुर निस्तारा। नारायण नरपत नमस्कारै ऐसे गुर को बल बल जाइयै। आप मुकुत मोहे तारै कवन 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 गुण कहियै। अंत नहीं किछ पारै लाख 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 कई कोरै को है ऐसो विचारै। बिसम 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 ही भई है लाल गुलाल रंगारै। कहो नानक संतन रस आई है जो चाह गुंगा मुस्कारै। सतगुरु होए दयाल तां शरधा पूरीऐ। सतगुरु होए दयाल ना कबहूँ झूरीऐ। सतगुरु होए दयाल तां दुख ना जानियै। सतगुरु होए दयाल तां हर रंग माणियै। सतगुरु होए दयाल तां जम का डर केहा। सतगुरु होए दयाल तां सद ही सुख देहा। सतगुरु होए दयाल तां नव निध पाइयै। सतगुरु होए दयाल तां सच समाइयै। अमैं दृष्ट शुभ कर हरे अग पाप सगल मल। काम क्रोध अर लोभ मोह वस करे सभे बल। सदा सुख मन बसैं दुख संसार है खूबा। गुर नव निध धरि आओ जन्म हम काल कुतुवै। सो कहो टल गुर सेवियै अहनिस सहज स्वभाव। दर्शन परसे गुरु का जन्म मरण दुख जाय। दर्शन परसे गुरु का जन्म मरण दुख जाय। वाहिगुरु जी का खालसा वाहिगुरु जी की फतेह। जुग हो जुग अटल। तन तन साहिब श्री गुरु ग्रंथ साहिब महाराज जी की पावन हजूरी अंदर जुड़ बैठी अति सत्कारयोग साध संगत जीओ। वड्डियां भागां वाले हो। हफ्तावारी दीवान ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਆਪ ਜੀਆਂ ਨੇ ਗੁਰੂ ਦੀ ਸੰਗਤ ਵਿੱਚ ਬੈਠ ਕੇ
ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਕੇ ਆਪਣੇ ਇਸ ਮਨੁੱਖਾ ਜਨਮ ਨੂੰ ਸਫਲਾ ਕਰਨ ਦਾ ਉਪਰਾਲਾ ਉਦਮ ਕੀਤਾ ਹੈ। ਇਸ ਪਾਵਨ ਅਸਥਾਨ 'ਤੇ ਜੋ ਆਪ ਸਿੱਖ ਸੰਗਤਾਂ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਦੇ, ਢਾਡੀ ਵਾਰਾਂ ਸਰਵਣ ਕਰਦੇ, ਉੱਥੇ ਥੋੜ੍ਹਾ ਜਿਹਾ ਸਮਾਂ ਆਪ ਸੰਗਤਾਂ ਵੱਲੋਂ ਗੁਰਮਤਿ ਵਿਚਾਰਾਂ ਦਾ ਵੀ ਬਖਸ਼ਿਸ਼ ਕੀਤਾ ਜਾਂਦਾ ਹੈ। ਅੱਜ ਵੀ ਆਪ ਜੀ ਨੇ ਤਰਸ ਕੀਤਾ ਹੈ, ਜਿਤਨਾ ਸਮਾਂ ਆਪ ਜੀ ਨੇ ਬਖਸ਼ਿਸ਼ ਕੀਤਾ ਹੈ ਉਤਨੇ ਸਮੇਂ ਦੇ ਵਿੱਚ ਅੱਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦਾ ਗੁਰਤਾ ਗੱਦੀ ਦਿਵਸ ਆਪ ਸੰਗਤਾਂ ਦੇ ਸਹਿਯੋਗ ਦੇ ਨਾਲ ਪ੍ਰਬੰਧਕ ਵੀਰਾਂ ਦੇ ਉਦਮ ਸਦਕਾ ਇਸ ਪਾਵਨ ਅਸਥਾਨ 'ਤੇ ਮਨਾਇਆ ਜਾਂਦਾ ਹੈ। ਆਓ ਗੁਰਮੁਖੋ, ਜਿਸ ਗੁਰੂ ਨੂੰ ਅਸੀਂ ਰੋਜ਼ ਮੱਥਾ ਟੇਕਦੇ ਹਾਂ, ਜਿਸ ਗੁਰੂ ਦੀ ਕਿਰਪਾ ਲੈਣ ਵਾਸਤੇ ਅਰਦਾਸਾਂ ਕਰਦੇ ਹਾਂ, ਉਸੇ ਗੁਰੂ ਦੀਆਂ ਵਡਿਆਈਆਂ ਅੱਜ ਆਪਾਂ ਰਲ ਮਿਲ ਕੇ ਸਰਵਣ ਕਰਨੀਆਂ ਨੇ। ਆਓ ਇੱਕ ਵਾਰੀ ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਮਨ ਬਿਰਤੀਆਂ ਜ਼ਰੂਰ ਇਕਾਗਰ ਕਰ ਲਈਏ। ਰਸਨਾ ਦੀ ਪਵਿੱਤਰਤਾ ਵਾਸਤੇ, ਮਨ ਦੀ ਇਕਾਗਰਤਾ ਵਾਸਤੇ ਇੱਕ ਵਾਰੀ ਕਰੋ ਕਿਰਪਾ, ਦਿਓ ਅਸੀਸ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫੇਰ ਬਖਸ਼ਿਸ਼ ਕਰੋ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਜਦੋਂ ਆਰੰਭਤਾ ਕੀਤੀ ਹੈ ਨਾ ਮਹਾਰਾਜ ਜੀ ਨੇ, ਤੇ ਇੱਕ ਓੰਕਾਰ ਤੋਂ ਕੀਤੀ। ਇੱਕ ਦੇ ਅਰਥ ਨੇ ਇੱਕ, ਓੰਕਾਰ ਦੇ ਅਰਥ ਨੇ ਸਰਬ ਵਿਆਪਕ, ਹਰੇਕ ਜਗ੍ਹਾ ਤੇ ਹਾਜ਼ਰ ਨਾਜ਼ਰ ਪਰਮਾਤਮਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਇੱਕ ਪਰਮਾਤਮਾ ਦੀਆਂ ਵਡਿਆਈਆਂ ਕੀਤੀਆਂ ਗਈਆਂ। ਦੂਸਰੇ ਨੰਬਰ 'ਤੇ ਤੁਸੀਂ ਕਿਤੇ ਬਾਣੀ ਨੂੰ ਧਿਆਨ ਦੇ ਨਾਲ ਪੜ੍ਹ ਕੇ ਵੇਖਿਆ ਜੇ, ਉਹਦੇ ਅਰਥਾਂ ਨੂੰ ਵਿਚਾਰਿਆ ਜੇ, ਜਿੱਥੇ ਇੱਕ ਪਰਮਾਤਮਾ ਦੀਆਂ ਵਡਿਆਈਆਂ ਨੇ, ਦੂਸਰੇ ਨੰਬਰ 'ਤੇ ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਵਡਿਆਈ ਸਾਨੂੰ ਪੜ੍ਹਨ ਸੁਣਨ ਨੂੰ ਮਿਲਦੀ ਏ ਤੇ ਉਹ ਗੁਰੂ ਦੀ ਵਡਿਆਈ ਮਿਲ ਪੁੱਛੀਏ ਮਹਾਰਾਜ, ਪਰਮਾਤਮਾ ਦੀਆਂ ਵਡਿਆਈਆਂ ਨਾਲ ਗੁਰੂ ਦੀ ਵਡਿਆਈ। ਤੇ ਮਹਾਰਾਜ ਜੀ ਕਹਿਣ ਲੱਗੇ, ਭਾਈ ਸਜਣਾ, ਜਿਸ ਪਰਮਾਤਮਾ ਨੇ ਤੈਨੂੰ ਬਣਾਇਆ, ਜਿਸ ਪਰਮਾਤਮਾ ਨੇ ਸੰਸਾਰ ਬਣਾਇਆ, ਜਿਸ ਪਰਮਾਤਮਾ ਨੇ 84 ਲੱਖ ਜੂਨਾਂ ਬਣਾਈਆਂ, ਜਿਹੜਾ ਪਰਮਾਤਮਾ ਰਿਜ਼ਕ ਦੇ ਰਿਹਾ, ਜਿਹੜਾ ਪਰਮਾਤਮਾ ਸੁੱਖ ਦੇ ਰਿਹਾ ਹੈ, ਉਸੇ ਪਰਮਾਤਮਾ ਦੇ ਚਰਨਾਂ ਨਾਲ ਜੁੜਨ ਵਾਸਤੇ ਤੂੰ ਆਇਆ ਹੈ। ਤੇ ਇੱਕ ਗੱਲ ਪੱਲੇ ਬੰਨ ਲਈ, ਉਸ ਪਰਮਾਤਮਾ ਦੇ ਚਰਨਾਂ ਨਾਲ ਜੋੜਨ ਵਾਲਾ ਮੇਰਾ ਸਤਿਗੁਰੂ ਹੈ। ਗੁਰੂ ਤੋਂ ਬਿਨਾਂ ਉਸ ਪਰਮਾਤਮਾ ਦੇ ਚਰਨਾਂ ਵਿੱਚ ਜੁੜਿਆ ਨਹੀਂ ਜਾਣਾ। ਵਾਹਿਗੁਰੂ ਦੀ ਕਿਰਪਾ ਲੈਣੀ ਹੈ ਤੇ ਗੁਰੂ ਦੀ ਕਿਰਪਾ ਲੈਣੀ ਪਏਗੀ। ਇਸੇ ਕਰਕੇ ਮਹਾਰਾਜ ਜੀ ਨੇ ਜਿੱਥੇ ਵਾਹਿਗੁਰੂ ਦੀਆਂ ਵਡਿਆਈਆਂ ਕੀਤੀਆਂ, ਜਿੱਥੇ ਪਰਮਾਤਮਾ ਦੀਆਂ ਵਡਿਆਈਆਂ, ਬਾਰ-ਬਾਰ ਸਾਨੂੰ ਗੁਰੂ ਦਾ ਜਸ ਪੜ੍ਹਨ ਸੁਣਨ ਨੂੰ ਮਿਲੇਗਾ। ਮੰਗਲਾਚਰਨ ਦੇ ਵਿੱਚ ਮੈਂ ਜਿਹੜੇ ਸ਼ਬਦ ਆਪ ਜੀਆਂ ਨਾਲ ਸਰਵਣ ਕੀਤੇ ਨੇ, ਭਾਵ ਮੰਗਲਾਚਰਨ ਦੇ ਵਿੱਚ ਸ਼ਬਦ ਪੜ੍ਹੇ ਨੇ, ਉਹ ਸਾਰੇ ਸ਼ਬਦਾਂ ਨੂੰ ਦੇ ਤੁਸੀਂ ਅਰਥ ਪੜ੍ਹ ਕੇ ਵੇਖਿਆ ਜੇ, ਉਹਦੇ ਵਿੱਚ ਗੁਰੂ ਦੀ ਵਡਿਆਈ ਕੀਤੀ ਗਈ। ਕਿਉਂਕਿ ਇੱਕ ਦੀ ਕਿਰਪਾ ਲੈਣੀ ਤੇ ਗੁਰੂ ਦੀ ਕਿਰਪਾ ਲੈਣੀ ਪਏਗੀ। ਗੁਰੂ ਦੇ ਚਰਨਾਂ ਵਿੱਚ ਜੁੜਾਂਗੇ ਤੇ ਇੱਕ ਪਰਮਾਤਮਾ ਦੀ ਕਿਰਪਾ ਮਿਲੇਗੀ। ਹੈਰਾਨਗੀ ਦੀ ਗੱਲ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਮਹਾਰਾਜ ਜੀ ਨੇ ਬਾਰ-ਬਾਰ ਇੱਕ ਸਾਨੂੰ ਬਚਨ ਦ੍ਰਿੜ ਕਰਵਾਇਆ। ਉਹ ਪਤਾ ਕੀ ਹੈ? ਸਤਿਗੁਰ ਪ੍ਰਸਾਦ, ਸਤਿਗੁਰ ਪ੍ਰਸਾਦ, ਸਤਿਗੁਰ ਪ੍ਰਸਾਦ। ਇਹਦੇ ਅਰਥ ਨੇ ਸਤਿਗੁਰੂ ਦੇ ਪ੍ਰਸਾਦ ਲੈ, ਸਤਿਗੁਰੂ ਦੀ ਕਿਰਪਾ ਲੈ। ਗੁਰੂ ਦੀ ਕਿਰਪਾ ਲਏਗਾ ਤੇ ਉਸ ਪਰਿਪੂਰਨ ਪਰਮਾਤਮਾ ਦੀਆਂ ਖੁਸ਼ੀਆਂ ਤੇਰੀ ਝੋਲੀ ਵਿੱਚ ਪੈਣਗੀਆਂ। ਜਿਸ ਵੇਲੇ ਅਸੀਂ ਬਾਣੀ ਪੜ੍ਹਦੇ ਹਾਂ ਨਾ, ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਬੋਲ ਸਾਹਮਣੇ ਆ ਜਾਂਦੇ ਨੇ, ਬਲਿਹਾਰੀ ਗੁਰੇ ਆਪਣੇ ਦਿਵਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ। ਇਹਦੇ ਅਰਥ ਸਾਡੇ ਸਿੱਖ ਵਿਦਵਾਨਾਂ ਨੇ ਕੀਤੇ ਨੇ। ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ, ਮੈਂ ਆਪਣੇ ਗੁਰੂ ਤੋਂ ਇੱਕ ਦਿਨ ਦੇ ਵਿੱਚ 100 ਵਾਰੀ ਬਲਿਹਾਰ ਜਾਂਦਾ। ਪੁੱਛਿਆ ਜੀ ਕਿਉਂ ਬਲਿਹਾਰ ਜਾਂਦੇ ਜੀ, ਕਿਉਂ ਸਦਕੇ ਜਾਂਦੇ ਜੀ? ਤੇ ਮਹਾਰਾਜ ਜੀ ਕਹਿਣ ਲੱਗੇ, ਇਸ ਕਰਕੇ ਬਲਿਹਾਰ ਜਾਣਾ, ਸਦਕੇ ਜਾਣਾ, ਜਦੋਂ ਗੁਰੂ ਦੀ ਨਜ਼ਰ ਕਿਸੇ ਮਨੁੱਖ ਤੇ ਪੈਂਦੀ ਹੈ ਨਾ, ਉਹ ਮਨੁੱਖ ਨਹੀਂ ਰਹਿੰਦਾ, ਦੇਵਤਾ ਬਣ ਜਾਂਦਾ, ਮਹਾਨ ਬਣ ਜਾਂਦਾ। ਬਲਿਹਾਰੀ ਗੁਰ ਆਪਣੇ ਦਿਵਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਹੋਰ ਸ਼ਲੋਕ ਪੜ੍ਹ ਲਈਏ। ਮਹਾਰਾਜ ਕਹਿਣ ਲੱਗੇ, ਮਤਾ ਬੰਦਿਆ ਭੁਲੇਖੇ ਵਿੱਚ ਪੈ ਜੀ। ਮੈਂ ਸੰਸਾਰ ਦੇ ਵਿੱਚ ਬਹੁਤ ਡਿਗਰੀਆਂ ਕੀਤੀਆਂ ਨੇ,
मैं बहुत पढ़ाई की, मेरे को बहुत ज्ञान है। महाराज कहन लगे ठीक है, दुनिया का ज्ञान तेरे को है, संसार का ज्ञान तेरे को है। हुण वेखो जिहड़ा विग्यानी है ना, साइंसदानी, ਉਹਨੂੰ ਅਸੀਂ ਵਿਗਿਆਨੀ ਕਹਿੰਦੇ ਹਾਂ, ਸਾਇੰਸਦਾਨੀ ਕਹਿੰਦੇ ਹਾਂ, ਬ੍ਰਹਮ ਗਿਆਨੀ ਨਹੀਂ ਕਹਿੰਦੇ, ਕਿਉਂਕਿ ਉਹਦੇ ਕੋਲ ਬ੍ਰਹਮ ਦਾ ਗਿਆਨ ਨਹੀਂ। ਬ੍ਰਹਮ ਕਹਿੰਦੇ ਨੇ ਪਰਮਾਤਮਾ ਨੂੰ, ਵਿਗਿਆਨੀ ਕੋਲ ਸੰਸਾਰ ਦਾ ਗਿਆਨ, ਸਾਇੰਸਦਾਨ ਕੋਲ ਸੰਸਾਰ ਦਾ ਗਿਆਨ ਹੈ। ਪਰ ਇੱਕ ਜਿਹੜਾ ਗੁਰੂ ਦੀ ਕਿਰਪਾ ਲੈਣ ਵਾਲਾ ਹੈ ਨਾ, ਉਹਨੂੰ ਅਸੀਂ ਬ੍ਰਹਮ ਗਿਆਨੀ ਕਹਿੰਦੇ ਹਾਂ। ਬ੍ਰਹਮ ਗਿਆਨੀ ਦੇ ਅਰਥ ਨੇ ਜਿਹਦੇ ਕੋਲ ਬ੍ਰਹਮ ਦਾ ਗਿਆਨ ਹੈ, ਗੁਰੂ ਕੋਲ ਬ੍ਰਹਮ ਦਾ ਗਿਆਨ ਹੈ, ਪਰਮਾਤਮਾ ਦੇ ਘਰ ਦਾ ਗਿਆਨ। ਤੇ ਜਿਹੜਾ ਗੁਰੂ ਦੇ ਚਰਨਾਂ ਨਾਲ ਜੁੜਦਾ ਉਹਨੂੰ ਅਸੀਂ ਬ੍ਰਹਮ ਗਿਆਨੀ ਕਹਿ ਦਿੰਦੇ, ਉਹਨੂੰ ਵੀ ਬ੍ਰਹਮ ਦਾ ਗਿਆਨ ਹੋ ਜਾਂਦਾ, ਪਰਮਾਤਮਾ ਦੇ ਘਰ ਦੀ ਸੋਝੀ ਆ ਜਾਂਦੀ। ਤੇ ਗੁਰੂ ਅਰਜਨ ਦੇਵ ਵਾਹਿਗੁਰੂ, ਗੁਰੂ ਅੰਗਦ ਦੇਵ ਮਹਾਰਾਜ ਜੀ ਕਹਿੰਦੇ ਨੇ, ਮਤਾ ਸਮਝ ਲੈ, ਮੈਂ ਦੁਨੀਆ ਦੇ ਵਿੱਚ ਬਹੁਤ ਉੱਚੀ ਪਦਵੀ ਤੇ ਪਹੁੰਚ ਗਿਆ, ਮੈਂ ਬਹੁਤ ਡਿਗਰੀਆਂ ਕੀਤੀਆਂ ਨੇ, ਮੈਂ ਬਹੁਤ ਪੜ੍ਹਾਈ ਕੀਤੀ। ਕਹਿਣ ਲੱਗੇ ਮੁਬਾਰਕ ਕਿ ਸਜਣਾ, ਸੰਸਾਰ ਦੀ ਪੜ੍ਹਾਈ ਕੀਤੀ, ਤੈਨੂੰ ਜੀਵਨ ਜੁਗਤ ਆ ਗਈ, ਸੰਸਾਰ ਦੇ ਵਿੱਚ ਜੀਣਾ ਆ ਗਿਆ। ਪਰ ਕਹਿਣ ਲੱਗੇ ਸੱਚ ਜਾਣੀ, ਜਿੰਨਾ ਮਰਜ਼ੀ ਦੁਨੀਆ ਦਾ ਗਿਆਨ ਤੇਰੇ ਕੋਲ ਹੋਵੇ, ਜਿੰਨੀ ਮਰਜ਼ੀ ਵਿਦਿਆ ਪੜ੍ਹੀ ਹੋਵੇ, ਪਰ ਕਹਿਣ ਲੱਗੇ ਜਿੰਨੀ ਦੇਰ ਤੱਕ ਗੁਰੂ ਕੋਲੋਂ ਬ੍ਰਹਮ ਦਾ ਗਿਆਨ ਨਹੀਂ ਨਾ ਲੈਂਦਾ, ਉਨੀ ਦੇਰ ਤੱਕ ਤੇਰੇ ਅੰਦਰੋਂ ਅਗਿਆਨਤਾ ਦਾ ਹਨੇਰਾ ਖਤਮ ਨਹੀਂ ਹੋਣਾ, ਸਮਝ ਨਹੀਂ ਆਉਣੀ ਧਰਮ ਦੀ ਦੁਨੀਆ ਵਿੱਚ ਕਿਵੇਂ ਚੱਲਣਾ, ਪਰਮਾਤਮਾ ਦੀ ਕਿਰਪਾ ਕਿਵੇਂ ਲੈਣੀ। ਦੂਸਰਾ ਸ਼ਬਦ ਫਿਰ ਮਹਾਰਾਜ ਜੀ ਨੇ ਗੁਰੂ ਦੀ ਵਡਿਆਈ ਵਿੱਚ ਬਚਨ ਕਹਿ ਦਿੱਤੇ, ਜੇ 100 ਚੰਦਾ ਉਗਵੇਂ ਸੂਰਜ ਚੜ੍ਹੇ 1000, ਇਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਅੱਜ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦਾ 7ਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਮਹਾਰਾਜ, ਉਹਨਾਂ ਦਾ ਗੁਰਤਾ ਗੱਦੀ ਦਿਵਸ ਹੈ। ਉਹਨਾਂ ਦੇ ਜੀਵਨ ਦੇ ਵਿੱਚੋਂ ਮੈਂ ਕੁਝ ਵਿਚਾਰਾਂ ਆਪ ਸੰਗਤਾਂ ਨਾਲ ਸਾਂਝੀਆਂ ਕਰਨੀਆਂ ਨੇ। ਪਰ ਪਹਿਲਾਂ ਗੁਰਬਾਣੀ ਦੀ ਰੋਸ਼ਨੀ ਵਿੱਚ ਵੇਖੀਏ ਵੀ ਗੁਰੂ ਦੀ ਵਡਿਆਈ ਕੀ ਹੈ, ਗੁਰੂ ਦੀ ਮਹਾਨਤਾ ਕੀ ਹੈ, ਗੁਰੂ ਸਾਡੇ ਵਾਸਤੇ ਕੀ ਕੁਝ ਕਰਦੇ ਪਏ। ਇੱਕ ਸ਼ਲੋਕ ਆਉਂਦਾ 2 ਪੰਕਤੀਆਂ ਦਾ, ਉਹਦੇ ਵਿੱਚ ਮਹਾਰਾਜ ਜੀ ਨੇ ਬਚਨ ਕਹਿਣ ਲੱਗੇ, ਸਿਖਾ ਆ ਤੈਨੂੰ ਦਸੀਏ ਗੁਰੂ ਦੀ ਮਹਾਨਤਾ, ਗੁਰੂ ਕੋਲ ਕਿੰਨੀਆਂ ਕੋ ਬਖਸ਼ਿਸ਼ਾਂ ਨੇ। ਪੁੱਛਿਆ ਮਹਾਰਾਜ ਜੀ ਦੱਸੋ। ਕਹਿਣ ਲੱਗੇ ਲੋਕ 68 ਤੀਰਥਾਂ ਤੇ ਭੱਜੇ ਜਾਂਦੇ ਨੇ, ਉਹ ਕਹਿੰਦੇ ਨੇ ਪਾਪ ਧੋਤੇ ਜਾਂਦੇ ਨੇ ਉੱਥੇ ਨਹਾਉਣ ਦੇ ਨਾਲ, ਉੱਥੇ ਮੁਕਤੀ ਹੋ ਜਾਂਦੀ। ਮਹਾਰਾਜ ਕਹਿਣ ਲੱਗੇ ਠੀਕ ਹੈ, ਉਹਨਾਂ ਦਾ ਧਰਮ, ਉਹਨਾਂ ਨੂੰ ਮੁਬਾਰਕ, ਉਹਨਾਂ ਦਾ ਅਕੀਦਾ ਹੈ, ਅਸੀਂ ਕਿਉਂ ਉਹਨਾਂ ਤੇ ਕਿੰਤੂ ਪਰੰਤੂ ਕਰੀਏ। ਪਰ ਸਿਖਾ ਤੂੰ ਗੁਰੂ ਨਾਨਕ ਦਾ ਸਿੱਖ ਹੈ, ਤੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਮੱਥਾ ਟੇਕਦਾ ਹੈ, ਤੇ ਜਿਸ ਇਸ਼ਟ ਨੂੰ ਮੱਥਾ ਟੇਕਦਾ ਹੈ ਨਾ, ਉਹਦੇ ਬਚਨਾਂ ਨੂੰ ਮੰਨ ਲਿਆ ਕਰ। ਪੁੱਛਿਆ ਮਹਾਰਾਜ ਜੀ ਕੀ ਬਚਨ ਨੇ ਗੁਰੂ ਦੇ। ਕਹਿਣ ਲੱਗੇ ਤੈਨੂੰ ਬਾਹਰਲੇ ਤੀਰਥਾਂ ਤੇ ਜਾਣ ਦੀ ਲੋੜ ਨਹੀਂ, ਗੁਰੂ ਦੀ ਗੋਦ ਵਿੱਚ ਸੰਗਤ ਵਿੱਚ ਬਹਿਣਾ ਨਾ, ਇਹ ਤੇਰੇ ਵਾਸਤੇ ਸਭ ਤੋਂ ਵੱਡਾ ਤੀਰਥ ਹੈ। ਇੱਥੇ ਤੇਰੇ ਅੰਦਰ ਦਾ ਇਸ਼ਨਾਨ ਹੁੰਦਾ, ਇੱਥੇ ਗੁਰੂ ਦੀ ਕਿਰਪਾ ਵਾਪਰਦੀ। ਤੇ ਕਹਿਣ ਲੱਗੇ ਗੁਰੂ ਦੀ ਸੰਗਤ ਵਿੱਚ ਆਏਗਾ, ਇੱਥੇ ਤੇਰੇ ਅੰਦਰ ਦਾ ਇਸ਼ਨਾਨ ਹੋਏਗਾ। ਸੱਚ ਜਾਣੀ ਤੇਰੀ ਕੁਲਾਂ ਦਾ ਵਪਾਰ ਉਤਾਰਾ ਜਾਏਗਾ, ਤੇਰਾ ਤੇ ਹੋਣਾ ਹੀ ਹੋਣਾ ਹੈ। ਜਿਹਨੇ ਸੰਗਤ ਕੀਤੀ, ਜਿਹਨੇ ਬਾਣੀ ਪੜ੍ਹੀ, ਜਿਹੜਾ ਗੁਰੂ ਵਾਲਾ ਬਣਿਆ, ਉਹਦਾ ਤੇ ਭਲਾ ਹੋਣਾ ਹੀ ਹੈ। ਇੱਕ ਕੁਲ ਦੇ ਵਿੱਚ ਨਾਮ ਜਪਣ ਵਾਲਾ ਪੈਦਾ ਹੋ ਜੇ, ਆਪਣੀਆਂ ਕਈ ਕੁਲਾਂ ਦਾ ਪਾਰ ਉਤਾਰਾ ਕਰ ਜਾਏ। ਮਹਾਰਾਜ ਕਹਿਣ ਲੱਗੇ ਆ ਤੈਨੂੰ ਦਸੀਏ ਗੁਰੂ ਦੀ ਕਿਰਪਾ ਦੇ ਵਿੱਚੋਂ ਕੀ ਕੁਝ ਮਿਲਦੇ। ਮਹਾਰਾਜ ਕਹਿੰਦੇ ਨੇ ਗੁਰ ਤੀਰਥ, ਗੁਰ ਪਾਰ ਜਾਤ, ਗੁਰ ਮਨਸਾ ਪੂਰਨ ਹਾਰ, ਗੁਰ ਦਾਤਾ ਹਰ ਨਾਮ ਦੇ, ਉਧਰੇ ਸਭ ਸੰਸਾਰ। ਗੁਰੂ ਦੁਨੀਆ ਦੀਆਂ ਦਾਤਾਂ ਦੇਣ ਵਾਲਾ, ਗੁਰੂ ਨਾਮ ਦੀ ਦਾਤ ਦੇਣ ਵਾਲਾ ਹੈ। ਤੇ ਨਾਮ ਦੀ ਦਾਤ ਵਿੱਚ ਇੰਨੀ ਪਾਵਰ ਹੈ, ਇੰਨੀ ਤਾਕਤ ਹੈ, ਜਿਹੜੇ ਬੰਦੇ ਨੇ ਨਾਮ ਜਪਿਆ ਉਹਦਾ ਵੀ ਪਾਰ ਉਤਾਰਾ। ਤੇ ਨਾਮ ਜਪਣ ਵਾਲਾ ਜਿਸ ਕੁੱਲ ਦੇ ਵਿੱਚ ਘਰ ਵਿੱਚ ਪੈਦਾ ਹੋ ਗਿਆ ਹੈ, ਉਸ ਪਰਿਵਾਰ ਦਾ ਪਾਰ ਉਤਾਰਾ। ਤੇ ਸੱਚ ਜਾਣੇ ਜੇ ਕੱਲਾ ਆਪਣਾ ਹੀ ਭਲਾ ਨਹੀਂ, ਕੱਲਾ ਕੁੱਲ ਦਾ ਭਲਾ ਨਹੀਂ, ਨਾਮ ਜਪਣ ਵਾਲਾ ਜਿਸ ਇਲਾਕੇ ਵਿੱਚ ਪੈਦਾ ਹੋ ਜੇ, ਉਹਦੇ ਆਸੇ ਪਾਸੇ ਆਉਣ ਵਾਲੀਆਂ ਜਿਹੜੀਆਂ ਰੂਹਾਂ ਨੇ, ਉਹਦੇ ਕੋਲ ਬੈਠਣ ਵਾਲੇ ਲੋਕ ਜਿਹੜੇ ਨੇ, ਇੱਕ ਨਾਮ ਜਪਣ ਵਾਲਾ ਆਪਣੇ ਸੰਗੀ ਸਾਥੀਆਂ ਦਾ ਵੀ ਪਾਰ ਉਤਾਰਾ ਕਰ ਦਿੰਦਾ। ਇਹ ਪਰ ਸਾਰੀ ਕਿਰਪਾ ਕਿੱਥੋਂ ਮਿਲਣੀ? ਜਦੋਂ ਗੁਰੂ ਨਾਨਕ ਦੇ ਚਰਨਾਂ ਨਾਲ ਜੁੜਾਂਗੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨਾਲ ਜੁੜਾਂਗੇ, ਨਾਮ ਜਪਾਂਗੇ, ਫਿਰ ਗੁਰੂ ਦੀਆਂ ਰਹਿਮਤਾਂ ਹੋਣਗੀਆਂ। ਇੱਕ ਮੈਂ ਸ਼ਬਦ ਪੜ੍ਹਿਆ ਸੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ, ਵੇਖੋ ਗੁਰੂ ਦੀ ਕਿਰਪਾ। ਪਹਿਲੀ ਗੱਲ ਤੇ ਗੁਰਮਖੋ, ਜਿਸ ਗੁਰੂ ਦਾ ਅਸੀਂ ਅੱਜ ਗੁਰਤਾ ਗੱਦੀ ਪੁਰਬ ਮਨਾਉਣ ਰਹੇ ਹਾਂ, ਇਹ ਗੁਰੂ ਕਿਸੇ ਵੱਡਿਆਂ ਭਾਗਾਂ ਵਾਲਿਆਂ ਨੂੰ ਨਸੀਬ ਹੁੰਦਾ। ਹਰੇਕ ਬੰਦੇ ਨੂੰ ਗੁਰੂ ਨਹੀਂ ਜੇ ਮਿਲਦਾ, ਹਰੇਕ ਬੰਦਾ ਗੁਰੂ ਵਾਲਾ ਨਹੀਂ ਜੇ ਬਣਦਾ। ਕੋਈ ਵੱਡਿਆਂ ਭਾਗਾਂ ਵਾਲਾ ਜਿਹੜਾ ਗੁਰੂ ਦੇ ਚਰਨਾਂ ਵਿੱਚ ਜੁੜਦਾ। ਮੈਂ ਨਹੀਂ ਕਹਿ ਰਿਹਾ,
ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਜਿਹਦੇ ਭਾਗਾਂ ਦੇ ਵਿੱਚ ਗੁਰੂ ਦਾ ਮਲਾਪ ਵਾਹਿਗੁਰੂ ਨੇ ਲਿਖ ਦਿੱਤਾ ਹੈ, ਉਹੀ ਗੁਰੂ ਦੀ ਸੰਗਤ ਵਿੱਚ ਆਣ ਕੇ ਬੈਠੇਗਾ, ਉਹੀ ਗੁਰੂ ਦੀ ਬਾਣੀ ਪੜ੍ਹੇਗਾ, ਉਹੀ ਗੁਰੂ ਦੀ ਕਿਰਪਾ ਲਏਗਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਬੋਲ ਨੇ, ਭੁੱਲੇ ਮਾਰਗ ਜਿਨਹਿ ਬਤਾਇਆ। ਭੁੱਲੇ ਰਸਤੇ ਤੇ ਤੁਰਨ ਵਾਲੇ ਮਨੁੱਖਾਂ ਨੂੰ ਸਿੱਧੇ ਰਸਤੇ ਤੇ ਪਾਉਣ ਵਾਲਾ ਜਿਹੜਾ ਗੁਰੂ ਹੈ ਨਾ, ਉਹ ਕਿਹਨੂੰ ਮਿਲਦਾ? ਭੁੱਲੇ ਮਾਰਗ ਜਿਨਹਿ ਬਤਾਇਆ, ਐਸਾ ਗੁਰ ਉਹ ਵੱਡ ਭਾਗੀ ਪਾਇਆ। ਸਿਮਰ ਮਨਾ RAM ਨਾਮ ਚਿਤਾਰੇ, ਬਸ ਰਹਿ ਹਿਰਦੇ ਗੁਰ ਚਰਨ ਪਿਆਰੇ। ਕਾਮ ਕ੍ਰੋਧ ਲੋਭ ਮੋਹ ਮਨ ਲੀਨਾ, ਇਹ ਸਾਡਾ ਜੀਵਨ ਬਿਆਨ ਕੀਤਾ ਜੇ ਮਹਾਰਾਜ। ਕਿਹੜੇ ਰਸਤੇ ਤੇ ਤੁਰਿਆ? ਕਾਮ ਕ੍ਰੋਧ ਲੋਭ ਮੋਹ ਦੇ ਵਿੱਚ ਅਸੀਂ ਜ਼ਿੰਦਗੀ ਬਤੀਤ ਕਰੀ ਜਾਂਦੇ। ਕਾਮ ਕ੍ਰੋਧ ਲੋਭ ਮੋਹ ਮਨ ਲੀਨਾ, ਤੇ ਗੁਰੂ ਕੀ ਕਰਦਾ? ਬੰਧਨ ਕਾਟ ਮੁਕਤ ਗੁਰ ਕੀਨਾ। ਦੁੱਖ ਸੁਖ ਕਰਤ ਜਨਮ ਫੁਨ ਮੂਆ, ਚਰਨ ਕਮਲ ਗੁਰ ਆਸ਼ਰਮ ਦਿਆ। ਅਗਨ ਸਾਗਰ ਬੂਢਤ ਸੰਸਾਰਾ, ਨਾਨਕ ਬਾਹਾਂ ਪਕੜ ਸਤਿਗੁਰ ਨਿਸਤਾਰਾ। ਗੁਰੂ ਜੀ ਜਿਹੜਾ ਸਾਡੀ ਬਾਹ ਫੜ ਕੇ ਸਾਨੂੰ ਵਕਾਰਾਂ ਵਿੱਚ ਡੁੱਬਦਿਆਂ ਨੂੰ ਫੜ ਕੇ ਤੇ ਪਾਰ ਕਰ, ਕਿਹਨਾਂ ਨੂੰ ਕਰੇਗਾ ਜੀ? ਜਿਹੜੇ ਗੁਰੂ ਤੋਂ ਦੂਰ ਭਜਦੇ ਨੇ ਉਹਨਾਂ ਨੂੰ ਨਹੀਂ, ਜਿਹੜੇ ਗੁਰੂ ਦੇ ਚਰਨਾਂ ਵਿੱਚ ਜੁੜਦੇ ਨੇ, ਜਿਹੜੇ ਗੁਰੂ ਤੇ ਵਿਸ਼ਵਾਸ ਰੱਖਦੇ ਨੇ, ਭਾਵਨਾ ਰੱਖਦੇ ਨੇ, ਸ਼ਰਧਾ ਰੱਖਦੇ ਨੇ, ਜਿਹੜੇ ਆਪਣੀ ਬਾਹ ਗੁਰੂ ਨੂੰ ਫੜਾ ਦਿੰਦੇ ਨੇ, ਜਿਹੜਾ ਆਪਣਾ ਆਪ ਸਮਰਪਿਤ ਗੁਰੂ ਨੂੰ ਕਰ ਦਿੰਦੇ ਨੇ, ਉਹਨਾਂ ਦੀ ਗੁਰੂ ਬਾਹ ਫੜ ਕੇ ਵਕਾਰਾਂ ਦੀ ਅੱਗ ਵਿੱਚੋਂ ਕੱਢ ਦਿੰਦਾ ਹੈ, ਆਪਣੇ ਚਰਨਾਂ ਨਾਲ ਜੋੜ ਲੈਂਦਾ ਹੈ, ਆਪਣੇ ਘਰ ਦੇ ਵਿੱਚ ਥਾਂ ਬਖਸ਼ ਦਿੰਦਾ ਹੈ ਜੀ, ਉਹਦਾ ਪਾਰ ਉਤਾਰਾ ਕਰ ਦਿੰਦਾ। ਹੋਰ ਗੁਰੂ ਸਾਹਿਬ ਸਾਡੇ ਵਾਸਤੇ ਕੀ ਕਰਦੇ ਨੇ? ਮੈਂ ਸ਼ਬਦ ਪੜ੍ਹੀ ਜਾ ਰਿਹਾ ਕਿਉਂਕਿ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦੀਆਂ ਜੀਵਨ ਵਿੱਚੋਂ ਕੁਝ ਘਟਨਾਵਾਂ ਦਾ ਮੈਂ ਆਪ ਸੰਗਤਾਂ ਨਾਲ ਸਾਂਝ ਪਾਉਣੀ। ਪਹਿਲਾਂ ਗੁਰਬਾਣੀ ਦੀ ਰੋਸ਼ਨੀ ਵਿੱਚੋਂ ਜੇ ਅਸੀਂ ਗੁਰੂ ਦੀ ਗੁਰਤਾ ਗੱਦੀ ਪੁਰਬ ਮਨਾ ਰਹੇ ਹਾਂ ਤੇ ਵੇਖੋ ਗੁਰੂ ਨੇ ਕਿੰਨੀਆਂ ਬਖਸ਼ਿਸ਼ਾਂ ਨਾਲ ਸਾਨੂੰ ਨਿਵਾਜੇ, ਕੀ ਕੋਈ ਸਾਡੀ ਝੋਲੀ ਵਿੱਚ ਦਾਤ ਪਾਈ ਹੈ। ਮਹਾਰਾਜ ਜੀ ਕਹਿੰਦੇ ਨੇ ਸਤਿਗੁਰੂ ਹੋਏ ਦਇਆਲ ਤਾਂ ਸ਼ਰਧਾ ਪੂਰੀ। ਜਦੋਂ ਵੀ ਸਿੱਖ ਆਉਂਦਾ ਹੈ ਨਾ, ਸਵੇਰੇ ਆਵੇ, ਦੁਪਹਿਰ ਆਵੇ, ਸ਼ਾਮ ਨੂੰ ਆਵੇ, ਮੱਥਾ ਟੇਕਦਾ, ਇੱਕ ਅਰਦਾਸ ਕਰਦਾ ਹੈ, ਮਹਾਰਾਜ ਕਿਰਪਾ ਕਰੋ ਸਤਿਗੁਰੂ ਜੀ, ਮੇਰੇ ਆਹ ਮਨ ਦੀ ਇਹ ਇੱਕ ਭਾਵਨਾ ਹੈ, ਸ਼ਰਧਾ ਹੈ, ਮੇਰੀ ਕਾਮਨਾ ਹੈ, ਮੇਰੀ ਇੱਛਾ ਹੈ, ਮੇਰੀ ਮੰਗ ਹੈ, ਮੇਰੀ ਡਿਮਾਂਡ ਹੈ, ਇਹਨੂੰ ਪੂਰੀ ਕਰ ਦਿਓ। ਕੀ ਡਿਮਾਂਡ ਹੈ? ਕੋਈ ਕਹਿੰਦਾ ਪੁੱਤਰ ਦੀ ਦਾਤ ਮਿਲ ਜੇ, ਕੋਈ ਕਹਿੰਦਾ ਧਨ ਦੌਲਤ ਮਿਲ ਜੇ, ਕੋਈ ਕਹਿੰਦਾ ਕਾਰੋਬਾਰ ਚੱਲ ਜੇ, ਕੋਈ ਕਹਿੰਦਾ ਪੁੱਤਰ ਦੀ ਸ਼ਾਦੀ ਕਾਰਜ ਰਾਸ ਹੋਏ। ਇਹ ਸਾਡੀਆਂ ਦੁਨੀਆ ਦੀਆਂ ਡਿਮਾਂਡਾਂ ਨੇ, ਮੰਗਾਂ ਨੇ। ਇਹ ਗੁਰੂ ਦੇ ਚਰਨਾਂ 'ਚ ਅਰਦਾਸ ਕਰਦੇ ਤੇ ਮਹਾਰਾਜ ਕਹਿਣ ਲੱਗੇ ਗੁਰੂ ਨਾਨਕ ਦਾ ਘਰ ਐਸਾ ਹੈ, ਉਹ ਬੰਦਿਆ ਜੇ ਕਿਤੇ ਤੂੰ ਅਰਦਾਸ ਭਾਵਨਾ ਨਾਲ ਕਰੀਂ, ਜੇ ਗੁਰੂ ਤੇਰੇ ਤੇ ਕਿਰਪਾ ਕਰ ਦੇ, ਸੱਚ ਜਾਣੀ ਤੇਰੀਆਂ ਸਾਰੀਆਂ ਸ਼ਰਧਾ ਪੂਰੀਆਂ ਹੋ ਜਾਣ, ਮਨੋਕਾਮਨਾ ਪੂਰਨ ਹੋ ਜਾਣਗੀਆਂ, ਤੇਰੇ ਸਾਰੇ ਕਾਰਜ ਰਾਸ ਹੋ ਜਾਣਗੇ। ਸਤਿਗੁਰ ਹੋਏ ਦਇਆਲ ਤਾਂ ਸ਼ਰਧਾ ਪੂਰੀਏ, ਸਤਿਗੁਰ ਹੋਏ ਦਇਆਲ ਨਾ ਕਬਹੂ ਝੂਰੀਏ, ਸਤਿਗੁਰ ਹੋਏ ਦਇਆਲ ਤਾਂ ਦੁੱਖ ਨਾ ਜਾਣੀਏ। ਅੱਜ ਕਿਹੜਾ ਬੰਦਾ ਹੈ ਜਿਹੜਾ ਕਹਿੰਦਾ ਮੇਰੀ ਜ਼ਿੰਦਗੀ ਦੇ ਵਿੱਚ ਦੁੱਖ ਨਹੀਂ? ਹਰੇਕ ਬੰਦਾ ਕੋਈ ਨਾ ਕੋਈ ਦੁੱਖ ਆਪਣੇ ਅੰਦਰ ਲੈ ਕੇ ਬੈਠਾ ਹੈ। ਇਸੇ ਕਰਕੇ ਇੱਕ ਹਿੰਦੀ ਦੇ ਵਿਦਵਾਨ ਨੇ ਬਚਨ ਕਹਿ ਸੀ, ਕੋਈ ਤਨ ਦੁਖੀ, ਕੋਈ ਮਨ ਦੁਖੀ, ਕੋਈ ਚਿੰਤਾ ਚਿਤ ਗਿਰਾਸ। ਕੋਈ ਤਨ ਕਰਕੇ ਦੁੱਖ ਭੋਗਦਾ ਪਿਆ ਦੁਖੀ, ਕੋਈ ਮਨ ਕਰਕੇ ਦੁਖੀ ਹੈ, ਕੋਈ ਚਿੰਤਾ ਵਿੱਚ ਦੁਖੀ ਹੈ। ਥੋੜੇ ਥੋੜੇ ਸਭ ਦੁਖੀ ਸੁਖੀ ਹਰੀ ਕਾ ਦਾਸ। ਸਾਰੇ ਕੋਈ ਨਾ ਕੋਈ ਦੁੱਖ ਲੈ ਕੇ ਬੈਠੇ ਨੇ ਜ਼ਿੰਦਗੀ ਵਿੱਚ, ਪਰ ਸੁਖੀ ਉਹ ਹੈ ਜਿਹੜਾ ਹਰੀ ਦਾ ਦਾਸ ਬਣ ਗਿਆ। ਹਰੀ ਦਾ ਦਾਸ ਕੌਣ ਬਣੇਗਾ? ਜਿਹੜਾ ਗੁਰੂ ਦਾ ਦਾਸ ਬਣੇਗਾ, ਕਿਉਂਕਿ ਗੁਰੂ ਨੇ ਹੀ ਹਰੀ ਨਾਲ ਜੋੜਨਾ, ਗੁਰੂ ਨੇ ਹੀ ਪਰਮਾਤਮਾ ਦੇ ਨਾਮ ਨਾਲ ਜੋੜਨਾ। ਤੇ ਮਹਾਰਾਜ ਜੀ ਕਹਿੰਦੇ ਨੇ ਸਤਿਗੁਰ ਹੋਏ ਦਇਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰ ਹੋਏ ਦਇਆਲ ਤਾਂ ਹਰ ਰੰਗ ਮਾਣੀਏ, ਸਤਿਗੁਰ ਹੋਏ ਦਇਆਲ ਤਾਂ ਜਮ ਕਾ ਡਰ ਕਿਹਾ, ਸਤਿਗੁਰ ਹੋਏ ਦਇਆਲ ਤਾਂ ਸਦ ਹੀ ਸੁਖ ਦੇਹਾ, ਸਤਿਗੁਰ ਹੋਏ ਦਇਆਲ ਤਾਂ ਨਵ ਨਿਧ ਪਾਈਐ, ਸਤਿਗੁਰ ਹੋਏ ਦਇਆਲ ਤਾਂ ਸੱਚ ਸਮਾਈਏ। ਕਿੰਨੀਆਂ ਕੁ ਬਖਸ਼ਾਂ ਨੇ ਗੁਰੂ ਦੀਆਂ। ਸਤਿਗੁਰ ਸਿੱਖ ਕੀ ਕਰੇ ਪ੍ਰਤਪਾਲ। ਸਾਡੀ ਪ੍ਰਤਪਾਲਾਂ ਕਰਨ ਵਾਲਾ ਕੌਣ ਹੈ? ਸਾਡੀ ਸੰਭਾਲ ਕਰਨ ਵਾਲਾ ਕੌਣ ਹੈ? ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਪੁੱਛੋ। ਕਹਿਣ ਲੱਗੇ ਜੇ ਸਾਨੂੰ ਸਨਮਾਨ ਦੇਣ ਵਾਲਾ ਹੈ, ਜੇ ਸਾਨੂੰ ਸੰਸਾਰ ਦੇ ਵਿੱਚ ਸੁੱਖ ਦੇਣ ਵਾਲਾ ਹੈ, ਉਹ ਮੇਰਾ ਗੁਰੂ ਨਾਨਕ ਹੈ। ਗੁਰੂ ਅਰਜਨ ਦੇਵ ਮਹਾਰਾਜ ਸੁਖਮਣੀ ਸਾਹਿਬ ਦਾ ਪਤਾ ਹੈ, ਤੁਹਾਨੂੰ ਜ਼ਬਾਨੀ ਯਾਦ ਹੈ ਤੇ ਇਹਦੇ ਅਰਥ ਵੀ ਬੜੇ ਸੌਖੇ ਨੇ। ਸਤਿਗੁਰ ਹੋਏ ਦਇਆਲ, ਵਾਹਿਗੁਰੂ ਸਤਿਗੁਰ ਸਿੱਖ ਕੀ ਕਰੇ ਪ੍ਰਤਪਾਲ।
सेवक को गुर सदा दयाल, सिख की गुर दुर्मत मल ही रह, गुर बचनी हर नाम उचरै, सतगुर सिख के बंधन काटे, गुर का सिख विकार ते हटे, सतगुर सिख को नाम धन दे, गुर का सिख वड भागी है, सतगुर सिख का हलत पलत सवारे, नानक सतगुर सिख को जी नाल समारे। 8 पंक्तियां ने, पर 8 पंक्तियां दे विच कमाल कर ਦਿੱਤੀ। ਕਿਹੜੀ ਦਾਤ ਜਿਹਦਾ ਜ਼ਿਕਰ ਨਹੀਂ ਮਹਾਰਾਜ ਜੀ, ਸਾਰੀਆਂ ਦਾਤਾਂ ਦਾ ਜ਼ਿਕਰ ਕੀਤਾ। ਨਾਮ ਦੇਣ ਵਾਲਾ ਗੁਰੂ ਹੈ, ਸੋਹਣੀ ਮੱਤ ਦੇਣ ਵਾਲਾ ਗੁਰੂ ਹੈ, ਲੋਕ ਪਰਲੋਕ ਸਹੇਲਾ ਕਰਨ ਵਾਲਾ ਗੁਰੂ ਹੈ, ਸੰਸਾਰ ਦੀਆਂ ਦਾਤਾਂ ਦੇਣ ਵਾਲਾ ਗੁਰੂ ਹੈ, ਦੁੱਖ ਕੱਟਣ ਵਾਲਾ ਗੁਰੂ ਹੈ, ਸੁੱਖ ਦੇਣ ਵਾਲਾ ਗੁਰੂ। ਇਹ ਸਭ ਕੁਝ ਗੁਰੂ ਦੇਣ ਵਾਲਾ। ਤੇ ਜੇ ਗੁਰੂ ਦੇਣ ਵਾਲਾ ਹੈ ਨਾ, ਤੇ ਅੱਜ ਜਿਸ ਗੁਰੂ ਦਾ, ਗੁਰੂ ਹਰ ਰਾਏ ਸਾਹਿਬ ਮਹਾਰਾਜ ਜੀ ਦਾ ਅਸੀਂ ਗੁਰਤਾ ਗੱਦੀ ਪਰੋਂ ਮਨਾ ਰਹੇ ਹਾਂ ਨਾ, ਉਸ ਗੁਰੂ ਤੋਂ ਕਦੀ ਦੂਰ ਨਾ ਭੱਜੀਏ, ਉਸੇ ਗੁਰੂ ਦੇ ਚਰਨਾਂ ਨੂੰ ਫੜ ਲਈ। ਧੰਨ ਗੁਰੂ ਹਰ ਰਾਏ ਸਾਹਿਬ ਮਹਾਰਾਜ, ਜਿਨ੍ਹਾਂ ਦਾ ਆਗਮਨ ਸਨ 1630 ਈਸਵੀ ਨੂੰ ਬਾਬਾ ਗੁਰਦਿੱਤਾ ਜੀ ਦੇ ਗ੍ਰਹਿ ਵਿਖੇ ਮਾਤਾ ਨਿਹਾਲ ਕੌਰ ਜੀ ਦੀ ਕੁੱਖ ਦੇ ਵਿੱਚੋਂ ਕੀਰਤਪੁਰ ਸਾਹਿਬ ਦੀ ਧਰਤੀ ਤੇ ਅਸਥਾਨ ਹੈ ਸ਼ੀਸ਼ ਮਹਿਲ। ਉਸ ਸ਼ੀਸ਼ ਮਹਿਲ ਅਸਥਾਨ ਤੇ ਗੁਰੂ ਹਰ ਰਾਏ ਸਾਹਿਬ ਮਹਾਰਾਜ ਜੀ ਦਾ ਆਗਮਨ। ਇੱਕ ਬੇਨਤੀ ਮੈਂ ਹੋਰ ਕਰਦੇ ਹਾਂ, ਜਿਹੜਾ ਖੂਨ ਦਾ ਰਿਸ਼ਤਾ ਨਾ ਗੁਰੂ ਸਾਹਿਬ ਦਾ, ਉਹ ਮੈਂ ਬਿਆਨ ਕਰਨਾ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ 5 ਸਪੁੱਤਰ ਨੇ, ਇੱਕ ਉਹਨਾਂ ਦੀ ਘਰ ਦੇ ਵਿੱਚ ਸਪੁੱਤਰੀ। 5 ਸਪੁੱਤਰਾਂ ਦਾ ਮੈਂ ਨਾਮ ਲੈ ਦਿਆਂ। ਬਾਬਾ ਗੁਰਦਿੱਤਾ ਜੀ, ਦੂਸਰੇ ਨੰਬਰ ਤੇ ਬੀਬੀ ਵੀਰੋ ਜੀ, ਤੀਸਰੇ ਨੰਬਰ ਤੇ ਬਾਬਾ ਅਟਲ ਰਾਏ ਜੀ, ਚੌਥੇ ਨੰਬਰ ਤੇ ਬਾਬਾ ਅਣੀ ਰਾਏ ਜੀ, 5ਵੇਂ ਨੰਬਰ ਤੇ ਬਾਬਾ ਸੂਰਜਮਲ ਜੀ, ਤੇ 4 ਪੁੱਤਰਾਂ ਤੋਂ ਤੇ ਇੱਕ ਪੁੱਤਰੀ ਤੋਂ ਸਭ ਤੋਂ ਛੋਟੇ ਪੁੱਤਰ ਸਨ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਜਿਨ੍ਹਾਂ ਦਾ ਇਸ ਪਾਵਨ ਅਸਥਾਨ ਤੇ ਆਪ ਸੰਗਤਾਂ ਦੇ ਸਹਿਯੋਗ ਨਾਲ ਬੜੀ ਵੱਡੀ ਪੱਧਰ ਤੇ ਪ੍ਰਬੰਧਕ ਵੀਰਾਂ ਦੇ ਸਦਕਾ ਬਹੁਤ ਵੱਡੀ ਪੱਧਰ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ 400 ਸਾਲਾ ਆਗਮਨ ਪੁਰਬ 2 ਮਈ ਨੂੰ ਮਨਾਇਆ ਜਾ ਰਿਹਾ। ਅੱਜ ਤੋਂ ਉਹਨਾਂ ਨੇ ਤਿਆਰੀਆਂ ਆਰੰਭ ਕਰ ਦਿੱਤੀਆਂ ਨੇ। ਸਿੱਖ ਵਿਦਵਾਨ ਤੇ ਮਹਾਨ ਕਥਾਕਾਰ ਕੀਰਤਨੀਏ ਉਹ ਇਸ ਅਸਥਾਨ ਤੇ ਆ ਰਹੇ ਨੇ। ਉਹ 5ਵੇਂ ਨੰਬਰ ਤੇ ਭਾਵ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਭ ਤੋਂ ਛੋਟੇ ਪੁੱਤਰ ਸਨ ਧੰਨ ਗੁਰੂ ਤੇਗ ਬਹਾਦਰ ਸਾਹਿਬ। ਜਿਹੜੇ ਸਭ ਤੋਂ ਵੱਡੇ ਪੁੱਤਰ ਨੇ ਨਾ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ, ਉਹ ਸੀ ਬਾਬਾ ਗੁਰਦਿੱਤਾ ਜੀ। ਬਾਬਾ ਗੁਰਦਿੱਤਾ ਜੀ ਦੇ ਘਰ ਦੇ ਵਿੱਚ ਇੱਕ ਪੁੱਤਰ ਪੈਦਾ ਹੋਇਆ ਜਿਹਦਾ ਨਾਮ ਸੀ ਬਾਬਾ ਧੀਰਮਲ। ਤੇ ਹੁਣ ਇਤਿਹਾਸ ਚੱਲਿਆ, ਵਿਚਾਰ ਬੜੀ ਸੁਣਨ ਵਾਲੀ। ਕਹਿਣ ਲੱਗੇ ਜਿਸ ਦਿਨ ਕੀਰਤਪੁਰ ਸਾਹਿਬ ਦੀ ਧਰਤੀ ਤੇ ਬਾਬਾ ਧੀਰਮਲ ਜੀ ਦਾ ਜਨਮ ਹੋਇਆ ਨਾ, ਬਾਬਾ ਗੁਰਦਿੱਤਾ ਜੀ ਦੇ ਘਰ ਦੇ ਵਿੱਚ, ਤੇ ਸਿੱਖਾਂ ਨੇ ਆਣ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਵਧਾਈ ਦਿੱਤੀ, ਮਹਾਰਾਜ ਤੁਹਾਡੇ ਘਰ ਦੇ ਵਿੱਚ ਪੋਤਰਾ ਆਇਆ, ਪੁੱਤਰੇ ਦਾ ਜਨਮ ਹੋਇਆ, ਪੋਤਰੇ ਦਾ। ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬਾਬਾ ਬੁੱਢਾ ਜੀ ਨਾਲ ਨੇ, ਭਾਈ ਬਿਧੀ ਚੰਦ ਵਰਗੇ ਨਾਲ ਨੇ। ਦੀਵਾਨ ਦੀ ਸਮਾਪਤੀ ਹੋਈ ਤੇ ਆਪਣੇ ਪੋਤਰੇ ਨੂੰ ਵੇਖਣ ਵਾਸਤੇ ਗਏ। ਜਦੋਂ ਪੋਤਰੇ ਨੂੰ ਵੇਖਿਆ ਨਾ ਧੀਰਮਲ ਨੂੰ, ਤੇ ਮਹਾਰਾਜ ਜੀ ਹੱਸ ਪਏ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ। ਤੇ ਬਾਬਾ ਬੁੱਢਾ ਜੀ ਨੇ ਪੁੱਛਿਆ, ਮਹਾਰਾਜ ਹੱਸਣ ਦਾ ਕਾਰਨ? ਕਹਿਣ ਲੱਗੇ, ਬਾਬਾ ਜੀ ਇੰਜ ਲੱਗਦਾ ਤਾਇਆ ਜੀ ਘਰ ਵਿੱਚ ਫਿਰ ਵਾਪਸ ਆ ਗਏ। ਭਾਵ ਪਤਾ ਕੀ ਸੀ? ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਤਾਇਆ ਜੀ ਸਨ ਬਾਬਾ ਪ੍ਰਿਥੀਆ ਜੀ, ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵੱਡੇ ਭਰਾ। ਤੇ ਬਾਬਾ ਪ੍ਰਿਥੀਆ ਜੀ ਨੇ ਸਾਰੀ ਉਮਰ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਵਿਰੋਧ ਕੀਤਾ। ਸਾਰੀ ਉਮਰ ਗੁਰੂ ਘਰ ਦੇ ਨਾਲ ਉਹਨੇ ਨਹੀਂ ਬਣਾ ਕੇ ਰੱਖੀ, ਹਰ ਵਕਤ ਈਰਖਾ ਕਰਦਾ ਰਿਹਾ, ਹਰ ਵਕਤ ਈਰਖਾ। ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕਹਿਣ ਲੱਗੇ, ਬਾਬਾ ਬੁੱਢਾ ਜੀ ਲੱਗਦਾ ਤਾਇਆ ਜੀ ਫਿਰ ਵਾਪਸ ਆ ਗਏ, ਧੀਰਮਲ ਦਾ ਜਨਮ। ਤੇ ਸੱਚ ਜਾਣਿਆ ਜੀ, ਜਿੰਨੀ ਈਰਖਾ ਬਾਬਾ ਪ੍ਰਿਥੀਆ ਨੇ ਕੀਤੀ ਨਹੀਂ ਨਾ ਗੁਰੂ ਅਰਜਨ ਦੇਵ ਮਹਾਰਾਜ, ਉਨੀ ਈਰਖਾ ਧੀਰਮਲ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨਾਲ ਕੀਤੀ, ਗੁਰੂ ਹਰ ਰਾਏ ਸਾਹਿਬ ਮਹਾਰਾਜ ਨੇ ਕੀਤੀ, ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ। ਇਹ ਧੀਰਮਲ ਸੀ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਤੇ ਗੋਲੀਆਂ ਚਲਾਉਂਦਾ ਪਿਆ। ਖੈਰ ਇੱਕ ਵੱਖਰਾ ਵਿਸ਼ਾ ਹੈ। ਮੇਰੇ ਕਹਿਣ ਦਾ ਭਾਵ, ਪਹਿਲਾ ਪੁੱਤਰ ਬਾਬਾ ਜੀ ਦੇ ਘਰ ਦੇ ਵਿੱਚ ਪੈਦਾ ਹੋਇਆ ਧੀਰਮਲ। ਕੁਝ ਸਮੇਂ ਬਾਅਦ ਅੱਜ ਬਾਬਾ ਗੁਰਦਿੱਤਾ ਜੀ ਦੇ ਘਰ ਦੇ ਵਿੱਚ ਸਪੁੱਤਰ ਪੈਦਾ। ਅੱਜ ਵੀ ਸੰਗਤਾਂ ਨੇ ਜਾ ਕੇ ਮਹਾਰਾਜ ਜੀ ਨੂੰ ਵਧਾਈਆਂ ਦਿੱਤੀਆਂ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੁਹਾਡੇ ਘਰ ਦੇ ਵਿੱਚ ਪੋਤਰੇ ਦਾ ਜਨਮ। ਅੱਜ ਵੀ ਮਹਾਰਾਜ ਫਿਰ ਗਏ ਨੇ ਬਾਬਾ ਬੁੱਢਾ ਜੀ ਨਾਲ, ਭਾਈ ਬਿਧੀ ਚੰਦ ਜੀ ਨਾਲ। ਅੱਜ ਵੀ ਜਦੋਂ ਆਪਣੇ ਪੋਤਰੇ ਨੂੰ ਵੇਖਿਆ ਹੈ ਨਾ, ਅੱਜ ਫਿਰ ਮੁਸਕਰਾ ਪਏ।
ਬਈ ਫਿਰ ਬਾਬਾ ਬੁੱਢਾ ਜੀ ਨੇ ਪੁੱਛਿਆ, ਮਹਾਰਾਜ ਜੀ ਅੱਜ ਵੀ ਮੁਸਕਰਾਏ, ਦੱਸੋ। ਕਹਿਣ ਲੱਗੇ, ਬਾਬਾ ਜੀ ਅੱਜ ਸਾਡੇ ਘਰ ਦੇ ਵਿੱਚ ਉਹ ਪੋਤਰਾ ਆਇਆ ਹੈ ਜਿਹੜਾ ਬਹੁਤ ਵੱਡੀ ਦਾਤ ਦਾ ਮਾਲਕ ਬਣੇ, ਭਾਵ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਗੁਰਤਾ ਗੱਦੀ ਦਾ ਵਾਰਸ ਬਣੇਗਾ। ਇਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਬਚਨ ਕਹੇ। ਸਨ 1630 ਈਸਵੀ ਨੂੰ ਬਾਬਾ ਗੁਰਦਿੱਤਾ ਜੀ ਦੇ ਘਰ ਦੇ ਵਿੱਚ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪੋਤਰਾ ਜੀ ਬਣ ਕੇ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਕੀਰਤਪੁਰ ਸਾਹਿਬ ਦੀ ਧਰਤੀ ਤੇ ਆਏ। ਸਮਾਂ ਬਤੀਤ ਹੋਇਆ, ਅੱਜ ਸਮਾਂ ਆਇਆ ਸਨ 1644 ਦਾ, ਕਿਉਂਕਿ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦਾ ਗੁਰਤਾ ਗੱਦੀ ਪੁਰਬ ਸਨ 1644 ਆਇਆ ਕੀਰਤਪੁਰ ਸਾਹਿਬ ਦੀ ਧਰਤੀ ਤੇ। ਅੱਜ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਆਪਣੇ ਅੰਤਲੇ ਸਮੇਂ ਪ੍ਰਭੂ ਪਿਆਨਾ ਕਰਨ ਤੋਂ ਪਹਿਲਾਂ ਉਸ ਵੇਲੇ ਸਿੱਖਾਂ ਨੂੰ ਬਚਨ ਕਹਿਣ ਲੱਗੇ, ਸਿੱਖੋ ਪਰਮਾਤਮਾ ਦੇ ਘਰ ਦੇ ਵਿੱਚ ਸਦੜਾ ਆ ਗਿਆ। ਤੇ ਪੁੱਛਿਆ, ਮਹਾਰਾਜ ਤੁਹਾਡੇ ਤੋਂ ਬਾਅਦ ਕੌਣ? ਸੋਚਿਆ ਸੀ ਵੀ 5 ਪੁੱਤਰ ਨੇ ਤੇ 2 ਪੁੱਤਰਾਂ ਦੀ ਉਸ ਵੇਲੇ ਅਕਾਲ ਚਲਾਣਾ ਕਰ ਗਏ ਸਨ, ਬਾਬਾ ਗੁਰਦਿੱਤਾ ਜੀ ਤੇ ਬਾਬਾ ਅਟਲ ਰਾਏ ਜੀ। ਆਪ ਸੰਗਤਾਂ ਨੂੰ ਪਤਾ ਵੀ 9 ਸਾਲ ਦੀ ਉਮਰ ਦੇ ਵਿੱਚ ਬਾਬਾ ਅਟਲ ਰਾਏ ਜੀ ਪ੍ਰਭੂ ਪਿਆਨਾ ਕਰ ਗਏ ਸਨ। 3 ਸੁਪੁੱਤਰ ਸਨ ਮਹਾਰਾਜ ਜੀ ਦੇ ਉਸ ਵੇਲੇ, ਬਾਬਾ ਅਣੀ ਰਾਏ ਜੀ, ਬਾਬਾ ਸੂਰਜਮਲ ਜੀ, ਧੰਨ ਗੁਰੂ ਤੇਗ ਬਹਾਦਰ ਸਾਹਿਬ। ਪਰ ਸਮਾਂ ਆਇਆ ਹੈ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਆਪਣੇ 3 ਪੁੱਤਰਾਂ ਨੂੰ ਨਹੀਂ, ਆਪਣੇ ਪੋਤਰੇ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਨੂੰ ਕੀਰਤਪੁਰ ਸਾਹਿਬ ਦੀ ਧਰਤੀ ਤੇ ਗੁਰਮਖੋ ਅੱਜ ਦੇ ਦਿਨ ਸਨ 1644 ਈਸਵੀ ਨੂੰ 14 ਸਾਲ ਦੀ ਉਮਰ ਸੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ। ਉਸ ਵੇਲੇ ਆਪਣੇ ਤਖਤ ਤੇ ਬਿਰਾਜਮਾਨ ਕੀਤਾ। ਆਪ ਮਹਾਰਾਜ ਜੀ ਨੇ ਆਪਣੇ ਪੋਤਰੇ ਦੇ ਚਰਨਾਂ ਵਿੱਚ ਨਮਸਕਾਰ ਕਰ ਦਿੱਤੀ ਤੇ ਭਰੀ ਸਭਾ ਦੇ ਵਿੱਚ ਬਚਨ ਕਹਿ ਦਿੱਤੇ ਸੀ, ਸਿੱਖੋ ਅੱਜ ਤੋਂ ਬਾਅਦ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਗੁਰਤਾ ਗੱਦੀ ਦੇ ਵਾਰਸ ਸਾਡੇ ਪੋਤਰਾ ਜੀ ਗੁਰੂ ਹਰਿਰਾਏ ਸਾਹਿਬ ਮਹਾਰਾਜ, ਇਹਨਾਂ ਦੇ ਚਰਨਾਂ ਵਿੱਚ ਝੁਕੋ, ਮੱਥਾ ਟੇਕੋ। ਜਿਨ੍ਹਾਂ ਨੇ ਗੁਰੂ ਨਾਨਕ ਦੀ ਕਿਰਪਾ ਲੈਣੀ, ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦੀ ਕਿਰਪਾ। 3 ਦਿਨ ਬਾਅਦ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਪ੍ਰਭੂ ਪਿਆਨਾ ਕਰ ਲਿਆ ਸੀ। ਗੁਰੂ ਹਰਿਰਾਏ ਸਾਹਿਬ ਮਹਾਰਾਜ ਗੁਰਤਾ ਗੱਦੀ ਦੇ ਵਾਰਸ ਬਣੇ ਨੇ। ਗੁਰੂ ਪਿਤਾ ਦੇ ਬਚਨਾਂ ਨੂੰ ਚੇਤੇ ਰੱਖਿਆ ਸਾਰੀ ਉਮਰ। ਇੱਕ ਤੇ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਨੂੰ ਬਚਨ ਕਹੇ ਸੀ ਗੁਰੂ ਹਰਗੋਬਿੰਦ ਸਾਹਿਬ, ਬੇਟਾ ਘੋੜ ਸਵਾਰ ਫੌਜ ਤੁਹਾਡੇ ਨਾਲ ਸਿੱਖ ਹੋਣਗੇ, ਪਰ ਤੁਸੀਂ ਕਿਸੇ ਨਾਲ ਜੰਗ ਜੁੱਧ ਨਹੀਂ ਕਰਨੀ। ਹਾਲਾਂਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ 4 ਜੰਗਾਂ ਲੜੀਆਂ ਤੇ 4 ਜੰਗਾਂ ਦੇ ਵਿੱਚ ਜਿੱਤ ਪ੍ਰਾਪਤ ਕੀਤੀ, ਪਰ ਆਪਣੇ ਪੋਤਰੇ ਨੂੰ ਬਚਨ ਕਹਿ ਦਿੱਤੇ ਸੀ, ਬੇਟਾ ਤੁਸੀਂ ਜੰਗ ਨਹੀਂ ਕਰਨੀ। ਤੇ ਉਸ ਵੇਲੇ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਨੇ ਕਿਹਾ ਸੀ, ਮਹਾਰਾਜ ਜੇ ਕੋਈ ਚੜ੍ਹਾਈ ਕਰਕੇ ਆ ਜਾਏ। ਤੇ ਮਹਾਰਾਜ ਕਹਿਣ ਲੱਗੇ, ਹੁਣ ਕੋਈ ਮੁਗਲ ਚੜ੍ਹਾਈ ਕਰਕੇ ਨਹੀਂ ਆਏ, ਜਦੋਂ 10ਵੇਂ ਜਾਮੇ ਵਿੱਚ ਆਵਾਂਗੇ ਉਦੋਂ ਫਿਰ ਉਹਨਾਂ ਨਾਲ ਜੰਗਾ ਜੁਦਾ ਕਰਾਂਗੇ, ਹੁਣ ਸਮਾਂ ਨਹੀਂ। ਖੈਰ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਨੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਰਹਿਮਤਾਂ ਵਰਤਾਈਆਂ। ਇੱਥੇ ਗੁਰੂ ਨਾਨਕ ਦੀ ਸਿੱਖੀ ਦਾ ਪ੍ਰਚਾਰ ਕੀਤਾ। ਦੂਰ ਦਰਾਡੇ ਤੋਂ ਸਿੱਖ ਸੰਗਤਾਂ ਆਉਂਦੀਆਂ ਸੀ, ਉਹਨਾਂ ਨੂੰ ਦਰਸ਼ਨ ਦਿਦਾਰੇ ਬਖਸ਼ਦੇ ਸਨ, ਉਹਨਾਂ ਤੇ ਬਖਸ਼ਿਸ਼ਾਂ ਕਰਦੇ ਸਨ, ਨਾਮ ਦੀਆਂ ਦਾਤਾਂ ਵੰਡਦੇ ਸਨ। ਉਹਨਾਂ ਦੇ ਜੀਵਨ ਕਾਲ ਦੇ ਵਿੱਚੋਂ ਸਿੱਖ ਵਿਦਵਾਨਾਂ ਨੇ 3-4 ਘਟਨਾਵਾਂ ਦਾ ਜ਼ਿਕਰ ਕੀਤਾ ਹੈ ਵੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਨੇ ਕੀ ਪੂਰਨੇ ਪਾਏ। ਅੱਜ ਅਸੀਂ ਗੁਰੂ ਦਾ ਗੁਰਤਾ ਗੱਦੀ ਪੁਰਬ ਮਨਾ ਰਹੇ ਹਾਂ। ਗੁਰੂ ਦੇ ਬਚਨਾਂ ਨੂੰ ਧਾਰਨ ਕਰੀਏ ਵੀ ਜੋ ਮਹਾਰਾਜ ਜੀ ਨੇ ਬਚਨ ਕਹੇ ਨੇ ਆਪਣੀ ਜ਼ਿੰਦਗੀ ਵਿੱਚ ਕਮਾ ਲਈ। ਸਭ ਤੋਂ ਵੱਧ ਮਹਾਰਾਜ ਜੀ ਨੇ ਇੱਕ ਗੱਲ ਤੇ ਜ਼ੋਰ ਦਿੱਤਾ ਸੀ, ਸਿੱਖੋ ਜਿੰਨਾ ਬਾਣੀ ਦਾ ਅਦਬ ਕਰੋਗੇ ਨਾ, ਜਿੰਨਾ ਗੁਰੂ ਦਾ ਅਦਬ ਕਰੋਗੇ, ਉਹਨਾਂ ਪਰਮਾਤਮਾ ਤੁਹਾਡਾ ਅਦਬ ਕਰਾ ਦੇ। ਜਿੰਨਾ ਤੁਸੀਂ ਬਾਣੀ ਦਾ ਸਤਿਕਾਰ ਕਰੋਗੇ, ਉਹਨਾਂ ਪਰਮਾਤਮਾ ਤੁਹਾਡਾ ਸਤਿਕਾਰ ਕਰੇ। ਤੇ ਵੇਖੋ ਮਹਾਰਾਜ ਜੀ ਨੇ ਪਹਿਲਾਂ ਆਪ ਪੂਰਨੇ ਪਾ ਗਏ। ਕਿੰਨਾ ਗੁਰੂ ਨੇ ਅਦਬ ਕੀਤਾ ਹੈ ਬਾਣੀ ਦਾ, ਕਿੰਨਾ ਸਤਿਕਾਰ ਕੀਤਾ ਹੈ। ਉਹ ਇੱਕ ਤੇ ਵਿਦਵਾਨ ਘਟਨਾ ਦਾ ਜ਼ਿਕਰ ਕਰਦੇ ਨੇ ਵੀ ਦੂਰ ਦਰਾਡੇ ਤੋਂ ਸੰਗਤਾਂ ਸ਼ਬਦ ਪੜ੍ਹਦੀਆਂ ਆ ਰਹੀਆਂ ਹਨ ਤੇ ਜਿਸ ਵੇਲੇ ਮਹਾਰਾਜ ਜੀ ਦੇ ਘਰ ਦੇ ਵਿੱਚ ਪਹੁੰਚੇ, ਦੁਪਹਿਰ ਦਾ ਸਮਾਂ ਸੀ ਤੇ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਪਲੰਘ ਤੇ ਬਿਰਾਜਮਾਨ ਸਨ, ਭਾਵ ਆਰਾਮ ਕਰ। ਜਿਸ ਵੇਲੇ ਸੰਗਤਾਂ ਦੀ ਰਸਨਾ ਤੋਂ ਸ਼ਬਦ ਸਰਵਣ ਕੀਤਾ ਨਾ, ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਮ। ਜਿਵੇਂ ਪ੍ਰਭਾਤ ਫੇਰੀ ਤੇ ਆਪਾਂ ਢੋਲਕੀ ਛੈਣਿਆਂ ਦੇ ਨਾਲ ਸ਼ਬਦ ਪੜ੍ਹਦੇ ਪੜ੍ਹਦੇ ਮਹੱਲਿਆਂ ਵਿੱਚ ਜਾਂਦੇ ਹਨ, ਇਸੇ ਤਰ੍ਹਾਂ ਸੰਗਤਾਂ ਗੁਰੂ ਘਰ ਦੇ ਵਿੱਚ ਬਾਣੀ ਪੜ੍ਹਦੀਆਂ ਆ ਰਹੀਆਂ। ਸਤਿਗੁਰਾਂ ਦੇ ਕੰਨੀ ਆਵਾਜ਼ ਪਈ, ਸਤਿਗੁਰੂ ਬੜੀ ਕਾਹਲੀ ਦੇ ਨਾਲ ਉੱਠੇ। ਜਿਸ ਵੇਲੇ ਉੱਠੇ, ਉਹਨਾਂ ਦਾ ਗੋਡਾ ਜਿਹੜਾ ਸੀ ਪਾਵੇ ਨਾਲ ਵੱਜਾ, ਥੋੜ੍ਹੀ ਸੱਟ ਵੀ ਲੱਗੀ, ਖੂਨ ਵੀ ਸਿਮਣ ਲੱਗ ਪਿਆ। ਤੇ ਸਿੱਖਾਂ ਨੇ ਮਹਾਰਾਜ ਜੀ ਨੂੰ ਬਚਨ ਕਿਹਾ, ਮਹਾਰਾਜ ਇੰਨੀ ਕਾਹਲੀ ਨਾਲ ਕਿਉਂ ਉੱਠੇ ਹੋ? ਆਰਾਮ ਨਾਲ ਉੱਠ ਪੈਂਦੇ। ਕਹਿਣ ਲੱਗੇ, ਨਹੀਂ ਭਾਈ, ਉਹ ਸਿੱਖ ਸ਼ਬਦ ਪੜ੍ਹਦੇ ਆ ਰਹੇ ਸਨ। ਸਿੱਖ ਸ਼ਬਦ ਪੜ੍ਹਦਾ ਹੋਵੇ ਤੇ ਮੈਂ ਪਲੰਘ ਤੇ ਪਿਆ ਹਾਂ, ਇਹ ਸ਼ਬਦ ਦੀ ਬੇਅਦਬੀ।
ਮੇਰਾ ਫਰਜ਼ ਬਣਦਾ ਸੀ ਥੱਲੇ ਬੈਠਾ ਹੁੰਦਾ। ਸਿੱਖ ਸੰਗਤਾਂ ਸ਼ਬਦ ਪੜ੍ਹਦੀਆਂ ਆਉਂਦੀਆਂ ਤੇ ਸਿੱਖਾਂ ਨੇ ਬਚਨ ਕਹਿ ਦਿੱਤੇ ਸੀ, ਮਹਾਰਾਜ ਬਾਣੀ ਵੀ ਤੇ ਤੁਹਾਡੀ ਹੈ ਨਾ। ਕਹਿਣ ਲੱਗੇ ਠੀਕ ਹੈ ਬਾਣੀ ਸਾਡੀ, ਪਰ ਇਹਦਾ ਸਤਿਕਾਰ ਕਰਨਾ ਵੀ ਤੇ ਸਾਡਾ ਹੀ ਫਰਜ਼ ਬਣਦਾ ਹੈ ਨਾ। ਉਸੇ ਵੇਲੇ ਉੱਠੇ, ਕਹਿਣ ਲੱਗੇ ਨਹੀਂ, ਬਾਣੀ ਪੜ੍ਹਨ ਵਾਲਾ ਉੱਚੀ ਜਗ੍ਹਾ ਤੇ ਬੈਠਾ ਹੋਣਾ ਚਾਹੀਦਾ, ਅਸੀਂ ਨਹੀਂ। ਹੁਣ ਵੇਖੋ ਇਹ ਆਪਣੀ ਮਰਿਆਦਾ ਹੈ ਨਾ। ਜਦੋਂ ਵੀ ਗੁਰਦੁਆਰੇ, ਤੁਸੀਂ ਕਿਸੇ ਗੁਰਦੁਆਰੇ ਸਭ ਜਾਂਦੇ ਹੋ, ਸਭ ਤੋਂ ਉੱਚੀ ਸਟੇਜ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਿੱਥੇ ਪ੍ਰਕਾਸ਼ ਕੀਤਾ ਜਾਂਦਾ। ਉਸ ਤੋਂ ਨੀਵੀਂ ਸਟੇਜ ਬਣਾਈ ਜਾਂਦੀ ਜਿੱਥੇ ਗੁਰੂ ਘਰ ਦੇ ਕੀਰਤਨੀਏ ਬੈਠਦੇ ਨੇ, ਜਿੱਥੇ ਉਹਨਾਂ ਨੇ ਕੀਰਤਨ ਕਰਨਾ ਹੁੰਦਾ ਹੈ। ਉੱਥੇ ਥੋੜੀ ਉੱਚੀ ਜਗ੍ਹਾ ਤੇ ਸੰਗਤ ਵਾਸਤੇ ਥੱਲੇ। ਇਹ ਕਿਉਂ ਹੈ? ਇਹ ਗੁਰੂ ਸਾਹਿਬ ਨੇ ਪੂਰਨੇ ਪਾਏ ਨੇ ਵੀ ਜਿਹਨੇ ਬਾਣੀ ਪੜ੍ਹ ਕੇ ਸੁਣਾਉਣੀ ਹੈ ਉਹ ਉੱਚੀ ਜਗ੍ਹਾ ਤੇ ਬੈਠੇ। ਇਹ ਬਾਣੀ ਦਾ ਸਤਿਕਾਰ ਹੈ, ਸੁਣਨ ਵਾਲੇ ਥੱਲੇ। ਇਹ ਮਹਾਰਾਜ ਜੀ ਨੇ ਪੂਰਨੇ ਪਾਏ। ਨਹੀਂ ਭਾਈ, ਬਾਣੀ ਪੜ੍ਹ ਰਿਹਾ ਹੋਵੇ ਸਿੱਖ ਤੇ ਮੈਂ ਪਲੰਘ ਤੇ ਬੈਠਾ ਹਾਂ, ਨਹੀਂ, ਸਿੱਖ ਪਲੰਘ ਤੇ ਬੈਠਾ ਹੋਵੇ ਤੇ ਮੈਂ ਥੱਲੇ ਬੈਠਾ। ਇਹ ਉਸ ਵੇਲੇ ਮਹਾਰਾਜ ਜੀ ਨੇ ਜਦੋਂ ਬਚਨ ਕਹੇ, ਸਿੱਖੋ ਤੁਸੀਂ ਵੀ ਵੱਧ ਤੋਂ ਵੱਧ ਸਤਿਕਾਰ ਕਰਨਾ। ਤੇ ਇੱਕ ਸਿੱਖ ਵਿਦਵਾਨ ਲਿਖਦਾ ਹੈ, ਉਸ ਦਿਨ ਤੋਂ ਮਹਾਰਾਜ ਜੀ ਨੇ ਪਲੰਘ ਤੇ ਸੌਣਾ ਹੀ ਛੱਡ ਦਿੱਤਾ। ਕਹਿਣ ਲੱਗੇ ਪਤਾ ਨਹੀਂ ਕਿਹੜੇ ਵੇਲੇ ਸੰਗਤਾਂ ਸ਼ਬਦ ਪੜ੍ਹਦੀਆਂ ਆਉਂਦੀਆਂ ਨੇ, ਅੱਜ ਤੋਂ ਬਾਅਦ ਸਾਡਾ ਆਸਣ ਥੱਲੇ ਲਾਇਆ ਜਾਵੇ, ਅਸੀਂ ਪਲੰਘ ਦੇ ਉੱਤੇ ਨਹੀਂ ਬਿਰਾਜਮਾਨ ਹੋਵਾਂਗੇ। ਇਹ ਪਹਿਲੇ ਪੂਰਨੇ ਪਾਏ ਸੀ ਮਹਾਰਾਜ। ਦੂਸਰਾ, ਸੰਗਤਾਂ ਨੇ ਸਵਾਲ ਕੀਤਾ ਸੀ, ਮਹਾਰਾਜ ਅਸੀਂ ਬਾਣੀ ਪੜ੍ਹਦੇ ਹਾਂ, ਬਾਣੀ ਪੜ੍ਹਦੇ ਤੇ ਜ਼ਰੂਰ ਹੈ, ਪਰ ਇਹਦੇ ਸਾਨੂੰ ਅਰਥ ਨਹੀਂ ਆਉਂਦੇ, ਕਿ ਅਰਥਾਂ ਤੋਂ ਬਿਨਾਂ ਵੀ ਬਾਣੀ ਅਸਰ ਕਰਦੀ? ਇਹ ਅੱਜ ਸਾਡਾ ਵੀ ਸਵਾਲ, ਬਹੁਤ ਕੀਮਤੀ ਸਵਾਲ, ਕਿਉਂਕਿ ਹਰੇਕ ਬੰਦਾ ਕਹਿੰਦਾ ਵੀ ਨਿਤਨੇਮ ਕਰ ਲਿਆ, ਇਹਦੇ ਅਰਥ ਤੇ ਆਉਂਦੇ ਹੀ ਨਹੀਂ ਕਿ ਇਹਦੇ ਨਾਲ ਸਾਡਾ ਭਲਾ ਹੋਏਗਾ। ਮਹਾਰਾਜ ਜੀ ਨੇ ਬੜੀ ਸੋਹਣੀ ਉਦਾਹਰਨ ਦਿੱਤੀ। ਅੱਜ ਸਾਡੇ ਸਿੱਖ ਵਿਦਵਾਨ ਵੀ ਇਹਦੀ ਬਹੁਤ ਸੋਹਣੀ ਉਦਾਹਰਨ ਦਿੰਦੇ। ਕਹਿਣ ਲੱਗੇ ਭਲਿਓ ਬਾਣੀ ਪੜ੍ਹਨੀ ਨਾ ਛੱਡਿਓ, ਅਰਥ ਆਉਂਦੇ ਨੇ ਬਹੁਤ ਚੰਗੀ ਗੱਲ, ਅਰਥਾਂ ਨੂੰ ਪੜ੍ਹਨਾ ਬਹੁਤ ਚੰਗੀ ਗੱਲ, ਪਰ ਜੇ ਨਹੀਂ ਨਾ ਅਰਥ ਆਉਂਦੇ ਤਾਂ ਵੀ ਬਾਣੀ ਪੜ੍ਹਨੀ ਕਦੀ ਨਾ ਛੱਡਿਆ, ਨਿਤਨੇਮ ਕਰਨਾ ਕਦੀ ਨਾ ਛੱਡਿਆ। ਅਰਥਾਂ ਤੋਂ ਬਿਨਾਂ ਵੀ ਬਾਣੀ ਅਸਰ ਕਰਦੀ। ਕਿਵੇਂ ਅਸਰ ਕਰਦੀ? ਤੇ ਇੱਕ ਸੱਜਣ ਨੇ ਉਦਾਹਰਨ ਦਿੱਤੀ। ਕਹਿਣ ਲੱਗੇ ਵੀ ਪਾਣੀ ਦਾ ਗਲਾਸ ਇੱਕ ਪੜ੍ਹੇ ਲਿਖੇ ਬੰਦੇ ਦੇ ਹੱਥ ਵਿੱਚ ਫੜਾਇਆ, ਤੇ ਉਸ ਪਾਣੀ ਦੇ ਗਲਾਸ ਨੂੰ ਫੜਾ ਕੇ ਉਸ ਬੰਦੇ ਨੇ ਪੁੱਛਿਆ, ਸੱਜਣਾ ਤੂੰ ਪਾਣੀ ਪੀਣ ਤੇ ਲੱਗਾ, ਇਸ ਪਾਣੀ ਦੀ ਤੈਨੂੰ ਪਰਿਭਾਸ਼ਾ ਪਤਾ, ਇਹਦੇ ਅਰਥ ਪਤਾ? ਨਹੀਂ। ਤੇ ਪੜ੍ਹੇ ਲਿਖੇ ਬੰਦੇ ਨੇ ਦੱਸ ਦਿੱਤੇ ਵੀ H2O, ਦੋ ਗੈਸਾਂ ਦਾ ਸੁਮੇਲ ਹੈ। ਉਹਨੂੰ ਪਰਿਭਾਸ਼ਾ ਦਾ ਪਤਾ ਸੀ, ਪਾਣੀ ਦੇ ਅਰਥ ਪਤਾ ਸਨ, ਦੋ ਗੈਸਾਂ ਦਾ ਸੁਮੇਲ ਦੇ ਨਾਲ ਪਾਣੀ ਬਣ ਗਿਆ। ਉਹਨੇ ਪਾਣੀ ਦਾ ਗਲਾਸ ਪੀਤਾ ਤੇ ਪਰਤ ਕੇ ਉਹਨੂੰ ਪੁੱਛਿਆ, ਸੱਜਣਾ ਤੇਰੀ ਪਿਆਸ ਬੁਝੀ ਹੈ ਕਿ ਨਹੀਂ? ਕਹਿਣ ਲੱਗਾ ਜੀ ਬੁਝ ਗਈ। ਦੂਸਰਾ ਬੰਦਾ ਕੋਲ ਖਲੋਤਾ ਸੀ, ਉਹਨੂੰ ਉਸ ਵੇਲੇ ਪਾਣੀ ਦਾ ਗਲਾਸ ਫੜਾਇਆ ਤੇ ਕਹਿਣ ਲੱਗੇ, ਸੱਜਣਾ ਤੈਨੂੰ ਪਾਣੀ ਦੀ ਪਰਿਭਾਸ਼ਾ ਪਤਾ? ਤੂੰ ਪਾਣੀ ਪੀਣ ਤੇ ਲੱਗਾ, ਤੈਨੂੰ ਉਹਦੇ ਅਰਥ ਪਤਾ ਨਹੀਂ, ਪਰਿਭਾਸ਼ਾ ਪਤਾ ਹੈ? ਹੁਣ ਪੜ੍ਹੇ ਲਿਖੇ ਬੰਦੇ ਨੇ ਤੇ ਦੱਸ ਦਿੱਤਾ, ਅਨਪੜ੍ਹ ਬੰਦਾ ਵਿਚਾਰਾ ਸੀ, ਪਹਿਲੀ ਗੱਲ ਉਹ ਕਹਿਣ ਲੱਗਾ ਮੈਨੂੰ ਤੇ ਪਰਿਭਾਸ਼ਾ ਦਾ ਨਹੀਂ ਪਤਾ ਵੀ ਪਰਿਭਾਸ਼ਾ ਕਿਹਨੂੰ ਕਹਿੰਦੇ। ਪਰ ਕਹਿਣ ਲੱਗੇ ਚਲ ਪਰਿਭਾਸ਼ਾ ਦਾ ਨਹੀਂ ਪਤਾ, ਤੂੰ ਪਾਣੀ ਦਾ ਗਲਾਸ ਪੀਤਾ ਹੈ, ਤੇਰੇ ਅੰਦਰ ਦੀ ਪਿਆਸ ਬੁਝੀ ਹੈ ਕਿ ਨਹੀਂ? ਕਹਿਣ ਲੱਗਾ ਪਿਆਸ ਤੇ ਬੁਝ ਗਈ। ਉਹ ਸੱਜਣ ਕਹਿਣ ਲੱਗਾ, ਉਹ ਦੁਨੀਆ ਦੇ ਲੋਗੋ ਕਦੀ ਇਹ ਨਾ ਕਿਹਾ ਕਰੋ ਵੀ ਬਾਣੀ ਦੇ ਅਰਥ ਤੇ ਪਤਾ ਨਹੀਂ, ਬਾਣੀ ਅਸਰ ਕਰੇਗੀ। ਕਹਿਣ ਲੱਗੇ ਇੱਕ ਬੰਦੇ ਨੂੰ ਪਾਣੀ ਦੇ ਅਰਥ ਪਤਾ ਨੇ, ਪਾਣੀ ਉਹਦੀ ਵੀ ਪਿਆਸ ਬੁਝਾਉਂਦਾ ਹੈ। ਇੱਕ ਬੰਦੇ ਨੂੰ ਪਾਣੀ ਦੇ ਅਰਥ ਹੀ ਨਹੀਂ ਪਤਾ, ਉਹਨੂੰ ਪਰਿਭਾਸ਼ਾ ਦਾ ਹੀ ਨਹੀਂ ਪਤਾ, ਪਰ ਪਾਣੀ ਨੇ ਉਹਦੀ ਵੀ ਪਿਆਸ ਬੁਝਾਈ। ਉਹ ਸਜਣਾ ਜੇ ਇੱਕ ਪਾਣੀ ਦੋਨਾਂ ਦੀ ਪਿਆਸ ਬੁਝਾ ਸਕਦਾ ਹੈ, ਜੇ ਤੂੰ ਬਾਣੀ ਪੜ੍ਹੇਗਾ ਜਿਹਨੂੰ ਅਰਥ ਪਤਾ ਉਹਦੇ ਤੇ ਵੀ ਕਿਰਪਾ ਹੋਏਗੀ, ਤੇ ਜਿਹਨੂੰ ਬਾਣੀ ਦੇ ਅਰਥ ਨਹੀਂ ਆਉਂਦੇ ਬਾਣੀ ਉਹਦੇ ਤੇ ਵੀ ਕਿਰਪਾ ਕਰੇ। ਸੱਚ ਜੇ ਗੁਰਮੁਖੋ ਬਾਣੀ ਪੜ੍ਹਨੀ ਕਦੀ ਨਹੀਂ ਛੱਡਣੀ, ਨਿਤਨੇਮ ਕਰਨਾ ਕਦੀ ਨਹੀਂ ਛੱਡਣਾ। ਜਦੋਂ ਨਿਤਨੇਮ ਕਰੀ ਜਾਵਾਂਗੇ, ਬਾਣੀ ਪੜ੍ਹੀ ਜਾਵਾਂਗੇ, ਇਹ ਬਾਣੀ ਦਾ ਅਸਰ ਸਾਡੇ ਤੇ ਜ਼ਰੂਰ ਹੋਏਗਾ। ਅੱਜ ਤੇ ਵਿਗਿਆਨ ਨੇ ਇੱਥੋਂ ਤੱਕ ਸਾਡੇ ਸਾਹਮਣੇ ਤੱਤ ਸਰ ਰੱਖ ਦਿੱਤੇ ਨੇ। ਕਹਿਣ ਲੱਗੇ ਕੋਈ ਬੰਦਾ ਜਿਹੜਾ ਕੰਮ ਕਰਦਾ ਹੋਵੇ ਨਾ, ਉਹਦੀਆਂ ਵਾਈਬ੍ਰੇਸ਼ਨਾਂ ਦੂਸਰੇ ਤੇ ਅਸਰ ਕਰਦੀਆਂ। ਤੇ ਜਿਸ ਗੁਰੂ ਦੀ ਬਾਣੀ ਪੜ੍ਹਦੇ ਆ ਕਿ ਗੁਰੂ ਦੀਆਂ ਵਾਈਬ੍ਰੇਸ਼ਨਾਂ, ਬਾਣੀ ਦੀਆਂ ਵਾਈਬ੍ਰੇਸ਼ਨ ਸਾਡੇ ਤੇ ਅਸਰ ਨਹੀਂ ਕਰਨਗੀਆਂ। ਇਹ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਨੇ ਦੂਸਰਾ ਬਚਨ ਕਿਹਾ ਸੀ, ਬਾਣੀ ਪੜ੍ਹਨੀ ਕਦੀ ਨਾ ਛੱਡਿਆ ਜੇ, ਇਹਦਾ ਸਤਿਕਾਰ ਕਰਨਾ ਕਦੀ ਨਾ ਛੱਡਿਆ ਜੇ। ਇੱਥੋਂ ਤੱਕ ਕਵੀ ਸੰਤੋਖ ਸਿੰਘ ਨੇ ਬਚਨ ਲਿਖੇ ਨੇ, ਜੋ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਨੇ ਕਹੇ ਸੀ ਉਸ ਵੇਲੇ। ਕਹਿਣ ਲੱਗੇ, ਸਿੱਖੋ ਜਿਨ ਪੈ ਅਦਬ ਨਾ ਬਾਣੀ ਧਾਰਾ, ਸੋ ਜਾਣੋ ਸਿੱਖ ਨਾ ਹੈ ਹਮਾਰਾ। ਜਿਹੜਾ ਸਿੱਖ ਗੁਰੂ ਦੀ ਬਾਣੀ ਦਾ ਅਦਬ ਨਹੀਂ ਕਰਦਾ, ਸਤਿਕਾਰ ਨਹੀਂ ਕਰਦਾ, ਸੱਚ ਜਾਣੇ ਜੋ ਮੇਰਾ ਸਿੱਖ ਨਹੀਂ ਹੋ ਸਕਦਾ। ਇੱਕ ਉਦਾਹਰਨ ਹੋਰ ਸਾਂਝੀ ਕਰ ਲਿਆ, 2 ਮਿੰਟ ਦਾ ਸਮਾਂ, ਕਿਉਂਕਿ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦਾ ਅੱਜ ਅਸੀਂ ਗੁਰਤਾ ਗੱਦੀ ਪੁਰਬ ਮਨਾ। ਵੇਖੋ ਗੁਰੂ ਦੀਆਂ ਕਿੰਨੀਆਂ ਕੁ ਬਖਸ਼ਾਂ ਨੇ, ਕਿੰਨੀਆਂ ਕੁ ਰਹਿਮਤਾਂ ਨੇ। ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦਾ ਦਰਬਾਰ ਸਜਿਆ, ਸਮਾਪਤੀ ਹੋਈ। ਇੱਕ ਸੱਜਣ ਆਇਆ, ਉਹਦਾ ਨਾਮ ਸੀ ਕਾਲਾ। ਕਹਿਣ ਲੱਗੇ ਜਿਸ ਵੇਲੇ ਮਹਾਰਾਜ ਜੀ ਦੇ ਦਰਬਾਰ ਵਿੱਚ ਆਇਆ, ਆਪਣੇ 2 ਭਤੀਜਿਆਂ ਨੂੰ ਨਾਲ ਲੈ ਕੇ ਆਇਆ।
जिस वेले सतगुरां दे चरणां विच आया तो अपने भतीजिਆਂ ਨੂੰ सिखा के लैके आया। कहन लगे गुरु कोल जाना है, गुरु की कृपा लैनी है, अपना पेट लैके पाए पेट ਨੂੰ गुरु के सामने वजाउणा शुरू कर दिया। बच्चों ਨੂੰ सिखाया सी, छोटे सी, गुरु हरराए साहब महाराज जी के चरणां विच लै गया तो सिखाए हुए बच्चे अपने पेट ਨੂੰ वजाउणा शुरू कर दिता। महाराज जी कहन लगे काले ये बच्चे की कहते पे ने, वेखो गुरु की कृपा, जिस गुरु का गुरता गद्दी पुरब आपां मना रहे हो। कहन लगे काले बच्चे की करते पे ने? कहन लगे महाराज जी पेट वजाउंदे पे ने। पूछा क्यों? कहन लगे महाराज जी 3 दिन हो गए खाण नूं कुछ नहीं मिलिया। पूछा जी इन्हां दे माता पिता? कहन लगे चढ़ाई कर गए ने, इन्हां नूं मैं साਂਭदा, मेरे ते घर दे विच अपने बच्चों नूं खोण जगह नहीं, इन्हां नूं की खवावां। महाराज तुहाडे दरबार विच आए ने, करो कृपा। ते साडे सिख विद्वान लिखते ने गुरु दा हिरदा मक्खण वर्गा है, कोमल है। मेरे सतगुरु इन्हां बच्चों नूं वेख के ना इन्हां को अंदर तरस पैदा होया, मक्खण की तरह पिघल गए। हजूर ने सह सवाए बचन कह दिते सी, काले ए तेरे भतीजे जेड़े अज पेट वजाउंदे ने, जिन्हां नूं खाण वास्ते कुछ नहीं मिलिया, कह लगे गुरु नानक दे घर दे विच आए ने, अज तो बाद इन्नियां को इन्हां दे घर दे विच बरकतां आ जाणगियां, आउण वाले समय दे विच इह राज भाग दे मालक बन। आ पटियाला जींद नाभे दियां रियासतां दे अज जिहड़े राजे राज भाग करदे सी ना, ये सारे गुरु हरराए साहब महाराज जी दी वर दे नाल उन्हां दी अंश बंश दे विच। सतगुरु कृपा करन समा समाप्त हो गया। गुरु हरराए साहब महाराज जी दी बख्शियां लईए, कृपा लईए, उस गुरु दे चरनां नाल जुड़िए ताकि साडा भी लोक ते परलोक सुहेला हो सके। इन्नियां बेनतियां प्रवान करनियां विचारां करदिआं होईआं बेअंत भुल्लां बख्श लैणियां जी। वाहिगुरू जी का खालसा, वाहिगुरू जी की फतेह। रैनी रहे सोई सिख मेरा, ओ साहिब मैं उसका चेरा। रैनी रहे सोई सिख मेरा, ओ साहिब मैं उसका चेरा। रहत बिना नह सिख कहावे, रहत बिना दर चोटा खावे। रहत बिना नह सिख
कबहु नाले ताते रहत सो दृढ़ कर रह। रहत बिना सुख कबहु नाल है ताते रहत सो दृढ़ कर रह। सो दृढ़ कर रह रहनी रह सोई सिख मेरा ओ साहिब मैं उसका चेहरा ओ साहिब मैं उसका चेहरा। खालसा खास कहावै सोई जाके हृदय परब ना होई। खालसा खास कहावै सोई जाके हृदय परब न होई। परब न होई रहनी रह सोई सिख मेरा ओ साहिब मैं उसका चेहरा ओ साहिब मैं उसका चेहरा। परम पेखते रहने आरा सो खालस सतगुरु सतगुरु हमारा। रहनी रहे सोई सिख मेरा ओ साहिब मैं उसका चेहरा। रहत बिना न सिख कहावै रहत बिना दर चोटा खावै। रहत बिना सुख कबू न लहे ताते रहत सो दृढ़ कर रह। खालसा खास कहावै सोई जाके हृदय परब न होई। खालसा खास कहावै सोई जाके हृदय परब न होई। परम पेखते रहने आरा सो खालस सतगुरु हमारा। परम पेखते रहने आरा
ਕਾਚੇ